उत्पत्त अध्याय 14। ऐं होया कि सिनार दे राजा अमराफल और अलाजर दे राजा अरयोक और एलाम दे राजा कदारालाओमर और गोइम दे राजा तिदाल दे दिनां विच इन्हां ने सदोम दे राजा बरा और अमरा दे राजा बिरसा और अदमा दे राजा सिनाप और सबोइम दे राजा समेबर और बला अर्थात सोआर दे राजा नाल युद्ध किया। ये सब सिद्दीम दी दून विच जो कारा समुंदर है इकट्ठे होए। 12 वरे वो कदार लाओमर दे ताबिया रहे, पर 13वें वरे वो आकी हो गए ਅਤੇ 34वें ਵਰੇ ਕਦਾਰ ਲਾਓਮਰ ਔਰ ਉਹ ਰਾਜੇ ਜੋ ਉਹਦੇ ਨਾਲ ਸਨ ਆਏ ਅਤੇ ਉਹਨਾਂ ਨੇ ਰਫਾਈਆਂ ਨੂੰ ਅਸਤਰੋਤ ਕਰਨੀਮ ਵਿੱਚ ਔਰ ਜੂਜ਼ੀਆਂ ਨੂੰ ਹਾਮ ਵਿੱਚ ਔਰ ਯੇਮੀਆਂ ਨੂੰ ਸਾਵੇ ਕਿਰਿਆਤੀਮ ਵਿੱਚ ਔਰ ਹੋਰੀਆਂ ਨੂੰ ਉਹਨਾਂ ਦੇ ਪਹਾੜ ਸੇਹਿਰ ਵਿੱਚ येल पारा ताई जो उजाड़ कोल है मारिया अते वो मुड़ के ये मिसपाट अर्थात कादेश नू आए अते अमलेकियां दे सारे मुल्क नू और अमोरियां नू भी जो हिस्सोन तामर विच वसदे सन मारिया अते सदोम दा राजा और अमरा दा राजा अदमा दा राजा और सबोइम दा राजा और बला अर्थात सोआर दा राजा निकले ਅਤੇ ਉਹਨਾਂ ਨਾਲ ਸਿੱਦੀਮ ਦੀ ਦੂਨ ਵਿੱਚ ਲੜਨ ਲਈ ਪਾਲਾਂ ਬਣੀਆਂ अर्थात कदार लाओमर एलाम दे राजा और तिदाल गोइम दे राजा और अमराफल सिनार दे राजा और अरयोक अलासार दे राजा ਨਾਲ 104 ਰਾਜੇ ਪੰਜਾਂ ਨਾਲ ਸਿੱਦੀਮ ਦੀ ਦੂਨ ਵਿੱਚ ਚਿਖੜ ਦੇ ਟੋਏ ਹੀ ਟੋਏ ਸਨ ਅਤੇ ਸਦੋਮ ਔਰ ਅਮਰਾ ਦੇ ਰਾਜੇ ਭੱਜੇ ਅਤੇ ਉੱਥੇ ਹੀ ਡਿੱਗ ਪਏ ਅਤੇ ਜਿਹੜੇ ਬਚ ਰਹੇ ਸੋ ਪਹਾੜ ਨੂੰ ਭੱਜੇ ਤਾਂ ਉਹ ਸਦੋਮ ਔਰ ਅਮਰਾ ਦਾ ਸਾਰਾ ਮਾਲ ਤਨ ਔਰ ਉਹਨਾਂ ਦਾ ਸਾਰਾ ਅੰਨ दाना लुट के तुर गए। वो लूत अब्राम दे भतीजे नूं भी जो सदोम विच वसदा सी और उसदे माल तन नूं भी लुट के तुरदे होए। फिर किसे पगोड़े ने आके अब्राम इब्रानी नूं खबर दिती अते वो अस्कलोन दे भरा और अनेर दे भरा ममरे अमोरी दे ਬਲੂਤਾਨ ਦੇ ਕੋਲ ਰਹਿੰਦਾ ਸੀ ਅਤੇ ਉਹਨਾਂ ਦਾ ਅਬਰਾਮ ਨਾਲ ਨੇਮ ਸੀ। ਜਦ ਅਬਰਾਮ ਨੇ ਸੁਣਿਆ ਕਿ ਉਹਦਾ ਭਰਾ ਫੜਿਆ ਗਿਆ ਤਦ ਉਸਨੇ ਆਪਣੇ 318 ਸਿਖਾਏ ਹੋਏ ਕਰਜਮਾਂ ਨੂੰ ਲੈ ਕੇ ਦਾਨ ਤੀਕਰ ਉਹਨਾਂ ਦਾ ਪਿੱਛਾ ਕੀਤਾ ਅਤੇ ਉਸਨੇ ਔਰ ਉਸਦੇ ਟਹਿਲੂਆਂ ਨੇ ਜਿੱਥੇ ਬਣਾ ਕੇ ਰਾਤ ਨੂੰ ਉਹਨਾਂ ਨੂੰ ਮਾਰਿਆ ਅਤੇ ਹੋਬਾ ਤਿਕਰ ਜਿਹੜਾ ਤਮਿਸਕ ਦੇ ਖੱਬੇ ਪਾਸੇ ਹੈ ਉਹਨਾਂ ਦਾ ਪਿੱਛਾ ਕੀਤਾ ਅਤੇ ਉਹ ਸਾਰੇ ਮਾਲ ਤਨ ਨੂੰ ਮੋੜ ਲੈ ਆਇਆ ਅਤੇ ਆਪਣੇ ਭਰਾ ਲੂਤ ਨੂੰ ਵੀ ਔਰ ਉਹਦਾ ਮਾਲ ਤਨ ਔਰ ਤੀਵੀਆਂ ਔਰ ਲੋਕਾਂ ਨੂੰ ਵੀ ਮੋੜ ਲੈ ਆਇਆ। ਸਦੋਮ ਦਾ ਰਾਜਾ ਉਸਦੇ ਮਿਲਣ ਲਈ ਨਿਕਲ ਕੇ ਆਇਆ। ਜਦੋਂ ਉਹ ਕਦਾਰ ਲਾਓਮਰ ਔਰ ਉਹਨਾਂ ਰਾਜਿਆਂ ਨੂੰ ਜਿਹੜੇ ਉਸਦੇ ਨਾਲ ਸਨ ਮਾਰ ਕੇ ਸਾਵੇ ਦੀ ਦੂਨ ਨੂੰ ਜਿਹੜੀ ਬਾਦਸ਼ਾਹੀ ਦੂਨ ਹੈ ਮੁੜ ਆਇਆ ਅਤੇ ਮਲਕੀਸਿਦਕ ਸਾਲੇਮ ਦਾ ਰਾਜਾ ਰੋਟੀ ਔਰ ਮਦ ਲੈ ਆਇਆ। ਉਹ ਅਤ ਮਹਾ ਪਰਮੇਸ਼ਰ ਦਾ ਜਾਜਕ ਸੀ ਤਾਂ ਉਸਨੇ ਇਹ ਆਖ ਕੇ ਉਹਨੂੰ आशीष दिती कि अत महा परमेश्वर आकाश और धरती दे मालक दा अब्राम मुबारक होवे ਅਤੇ ਮੁਬਾਰਕ ਹੈ ਅਤ ਮਹਾ ਪਰਮੇਸ਼ਰ
ਜਿਸਨੇ ਤੇਰੇ ਵੇਰੀਆਂ ਨੂੰ ਤੇਰੇ ਵਸ ਵਿੱਚ ਕਰ ਦਿੱਤਾ ਹੈ। ਤਾਂ ਉਸਨੇ ਉਹਨੂੰ ਸਭ ਕਾਸੇ ਦਾ ਦਸਵੰਧ ਦਿੱਤਾ। ਅਤੇ ਸਦੋਮ ਦੇ ਰਾਜਾ ਨੇ ਅਬਰਾਮ ਨੂੰ ਆਖਿਆ, ਇਨ੍ਹਾਂ ਜੀਵਾਂ ਨੂੰ ਮੈਨੂੰ ਦੇ, ਪਰ ਮਾਲ ਧਨ ਆਪ ਰੱਖ ਲੈ। ਪਰੰਤੂ ਅਬਰਾਮ ਨੇ ਸਦੋਮ ਦੇ ਰਾਜੇ ਨੂੰ ਆਖਿਆ, ਮੈਂ ਯਹੋਵਾ ਅਤ ਮਹਾਨ ਪਰਮੇਸ਼ਰ ਆਕਾਸ਼ ਅਰ ਧਰਤੀ ਦੇ ਮਾਲਕ ਦੇ ਅੱਗੇ ਪਰਨ ਕੀਤਾ ਹੈ ਕਿ ਮੈਂ ਤਾਗੇ ਤੋਂ ਲੈ ਕੇ ਜੁੱਤੀ ਦੇ ਤਲ ਤੱਕ ਤੇਰੇ ਸਾਰੇ ਮਾਲ ਵਿੱਚੋਂ ਕੁਝ ਨਹੀਂ ਲਵਾਂਗਾ। ਅਜਿਹਾ ਨਾ ਹੋਵੇ ਕਿ ਤੂੰ ਆਖੇ ਕਿ ਮੈਂ ਹੀ ਅਬਰਾਮ ਨੂੰ ਧਨੀ ਬਣਾ ਦਿੱਤਾ ਹੈ। ਕੇਵਲ ਉਹਨੂੰ ਛੱਡ ਦੇ ਜੋ ਕਬਰੂਆਂ ਨੇ ਖਾ ਲਿਆ ਹੈ, ਔਰ ਉਹਨਾਂ ਮਨੁੱਖਾਂ ਦਾ ਹਿੱਸਾ ਜਿਹੜੇ ਮੇਰੇ ਨਾਲ ਗਏ, ਅਰਥਾਤ ਆਨੇਰ ਔਰ ਅਸਕੋਲ ਔਰ ਮਮਰੇ, ਉਹ ਆਪਣਾ ਹਿੱਸਾ ਲੈ ਲੈਣ। ਲੇਵੀਆਂ ਦੀ ਪੋਥੀ ਅਧਿਆਇ 26। ਤੁਸਾਂ ਆਪਣੇ ਲਈ ਕੋਈ ਠਾਕੁਰ ਨਾ ਬਣਾਉਣਾ, ਨਾ ਆਪਣੇ ਲਈ ਕੋਈ ਉਕਰੀ ਹੋਈ ਮੂਰਤ ਜਾਂ ਤੰਮ ਖੜਾ ਕਰਨਾ, ਅਤੇ ਨਾ ਆਪਣੇ ਦੇਸ਼ ਵਿੱਚ ਕੋਈ ਪੱਥਰ ਦੀ ਸੂਰਤ ਉਸ ਦੇ ਅੱਗੇ ਨਿਆਉਣ ਲਈ ਰੱਖਣੀ, ਕਿਉਂ ਜੋ ਮੈਂ ਯਹੋਵਾ ਤੁਹਾਡਾ ਪਰਮੇਸ਼ਰ ਹਾਂ। ਤੁਸਾਂ ਮੇਰੀਆਂ ਸ਼ਬਦਾਂ ਦੀ ਮਨਾਉਤਾ ਕਰਨੀ ਅਤੇ ਮੇਰੇ ਪਵਿੱਤਰ ਅਸਥਾਨ ਦਾ ਆਦਰ ਕਰਨਾ। ਮੈਂ ਯਹੋਵਾ ਹਾਂ। ਜੇ ਤੁਸੀਂ ਮੇਰੀਆਂ ਵਿਧਾਂ ਵਿੱਚ ਚੱਲ ਕੇ ਮੇਰੇ ਹੁਕਮਾਂ ਨੂੰ ਮੰਨੋਗੇ ਅਤੇ ਪੂਰਾ ਕਰੋਗੇ, ਤਾਂ ਮੈਂ ਤੁਹਾਨੂੰ ਵੇਲੇ ਸਿਰ ਮੀਂਹ ਦੇਵਾਂਗਾ ਅਤੇ ਧਰਤੀ ਆਪਣੀ ਕੱਟੀ ਦੇਵੇਗੀ, ਅਤੇ ਧਰਤੀ ਦੇ ਬਿਰਛ ਫਲ ਉਗਾਉਣਗੇ, ਅਤੇ ਤੁਹਾਡਾ ਘਾਹ ਪਾਉਣਾ ਦਾਖਾਂ ਦੇ ਤੋੜਨ ਤਾਈਂ ਰਹੇਗਾ, ਅਤੇ ਦਾਖਾਂ ਦਾ ਤੋੜਨਾ ਬੀਜਣ ਦੇ ਵੇਲੇ ਤਾਈਂ ਰਹੇਗਾ। ਅਤੇ ਤੁਸੀਂ ਆਪਣੀ ਰੋਟੀ ਰੱਜ ਕੇ ਖਾਵੋਗੇ ਅਤੇ ਆਪਣੇ ਦੇਸ਼ ਵਿੱਚ ਸੁੱਖ ਨਾਲ ਰਹੋਗੇ, ਅਤੇ ਮੈਂ ਉਸ ਦੇਸ਼ ਵਿੱਚ ਸੁੱਖ ਬਖਸ਼ਾਂਗਾ। ਅਤੇ ਤੁਸੀਂ ਲੰਮੇ ਪਵੋਗੇ ਅਤੇ ਕੋਈ ਤੁਹਾਨੂੰ ਉਧਰਾਵੇਗਾ ਨਹੀਂ, ਅਤੇ ਮੈਂ ਮਾੜੇ ਦਰਿੰਦੇ ਦੇ ਦੇਸ਼ ਵਿੱਚੋਂ ਕੱਢਾਂਗਾ, ਅਤੇ ਤਲਵਾਰ ਤੁਹਾਡੇ ਦੇਸ਼ ਵਿੱਚੋਂ ਨਾ ਲੰਘੇਗੀ। ਅਤੇ ਤੁਸੀਂ ਆਪਣੀ ਵੇਰੀਆਂ ਨੂੰ ਭਜਾਵੋਗੇ, ਅਤੇ ਉਹ ਤੁਹਾਡੇ ਅੱਗੇ ਤਲਵਾਰ ਨਾਲ, ਅਤੇ 5 ਤੁਹਾਡੇ ਵਿੱਚੋਂ 100 ਨੂੰ ਭਜਾਉਣਗੇ, ਅਤੇ 100 ਤੁਹਾਡੇ ਵਿੱਚੋਂ 10,000 ਨੂੰ ਭਜਾਉਣਗੇ, ਅਤੇ ਤੁਹਾਡੇ ਵੇਰੀ ਤੁਹਾਡੇ ਅੱਗੇ ਤਲਵਾਰ ਨਾਲ ਡਿੱਗਣਗੇ। ਮੈਂ ਤੁਹਾਡੀ ਵੱਲ ਧਿਆਨ ਕਰਾਂਗਾ ਅਤੇ ਤੁਹਾਨੂੰ ਫੈਲਾਵਾਂਗਾ ਅਤੇ ਤੁਹਾਨੂੰ ਵਧਾਵਾਂਗਾ, ਅਤੇ ਤੁਹਾਡੇ ਨਾਲ ਆਪਣਾ ਨੇਮ ਕਾਇਮ ਰੱਖਾਂਗਾ। ਅਤੇ ਤੁਸੀਂ ਪੁਰਾਣੀਆਂ ਪਦਾਰਥਾਂ ਨੂੰ ਖਾਵੋਗੇ ਅਤੇ ਨਵੇਂ ਪਦਾਰਥ ਦੇ ਕਾਰਨ ਪੁਰਾਣੀਆਂ ਪਦਾਰਥਾਂ ਨੂੰ ਕੱਢੋਗੇ। ਅਤੇ ਮੈਂ ਆਪਣਾ ਡੇਰਾ ਤੁਹਾਡੇ ਵਿੱਚ ਖਲਿਆਰਾਂਗਾ, ਅਤੇ ਮੇਰਾ ਜੀ ਤੁਹਾਨੂੰ ਮਾੜੇ ਨਾ ਸਮਝੇਗਾ, ਅਤੇ ਮੈਂ ਤੁਹਾਡੇ ਨਾਲ ਹੀ ਤੁਰਾਂਗਾ ਅਤੇ ਤੁਹਾਡੇ ਪਰਮੇਸ਼ਰ ਬਣਾਂਗਾ, ਅਤੇ ਤੁਸੀਂ ਮੇਰੇ ਲੋਕ ਬਣੋਗੇ। ਮੈਂ ਉਹ ਯਹੋਵਾ ਤੁਹਾਡਾ ਪਰਮੇਸ਼ਰ ਹਾਂ, ਜੋ ਤੁਹਾਨੂੰ ਮਿਸਰ ਦੇ ਦੇਸ਼ੋਂ ਕੱਢ ਲਿਆਇਆ। ਜੋ ਤੁਸੀਂ ਉਹਨਾਂ ਦੇ ਦਾਸ ਨਾ ਰਹੋ, ਅਤੇ ਮੈਂ ਤੁਹਾਡੇ ਤਾਉਣ ਦੇ ਜੂਲੇ ਨੂੰ ਭੰਨ ਕੇ ਤੁਹਾਨੂੰ ਸਿੱਧੇ ਕਰਕੇ ਤੋਰਿਆ। ਪਰ ਜੇ ਤੁਸੀਂ ਮੇਰੀ ਨਾ ਸੁਣੋਗੇ ਅਤੇ ਇਹਨਾਂ ਸਭਨਾਂ ਆਗਿਆਂ ਨੂੰ ਨਾ ਮੰਨੋਗੇ, ਅਤੇ ਜੇ ਤੁਸੀਂ ਮੇਰੀਆਂ ਵਿਧਾਂ ਨੂੰ ਤਿਆਗ ਦਿਓਗੇ, ਜਾਂ ਜੇ ਤੁਹਾਡੇ ਜੀ ਨੂੰ ਮੇਰੇ ਨਿਆਂ ਮਾੜੇ ਲੱਗਣ, ਇਹੋ ਜਿਹੇ ਜੋ ਤੁਸੀਂ ਮੇਰੇ ਸਭਨਾਂ ਆਗਿਆਂ ਨੂੰ ਮੰਨੋ, ਸਗੋਂ ਮੇਰੇ ਨੇਮ ਨੂੰ ਭੰਨ ਸੁੱਟੋ, ਮੈਂ ਵੀ ਤੁਹਾਡੇ ਨਾਲ ਇਹ ਕਰਾਂਗਾ। ਮੈਂ ਤੁਹਾਡੇ ਉੱਤੇ ਡਰ, ਕਈ ਰੋਗ ਅਤੇ ਤਾਪ, ਜੋ ਤੁਹਾਡੀਆਂ ਅੱਖੀਆਂ ਦਾ ਨਾਸ ਕਰੇ ਅਤੇ ਤੁਹਾਡੀਆਂ ਰਿਧੀਆਂ ਨੂੰ ਦੁੱਖ ਦੇਵੇ, ਠਹਿਰਾਵਾਂਗਾ। ਅਤੇ ਤੁਸੀਂ ਆਪਣੇ ਬੀਜ ਵਿਅਰਥ ਬੀਜੋਗੇ, ਕਿਉਂ ਜੋ ਤੁਹਾਡੇ ਵੇਰੀ ਉਸ ਨੂੰ ਖਾਣਗੇ। ਅਤੇ ਮੈਂ ਆਪਣਾ ਮੂੰਹ ਤੁਹਾਡੇ ਵਿਰੋਧ ਰੱਖਾਂਗਾ, ਅਤੇ ਤੁਸੀਂ ਆਪਣੇ ਵੇਰੀਆਂ ਦੇ ਅੱਗੇ ਵੱਢੇ ਜਾਵੋਗੇ, ਅਤੇ ਜਿਹੜੇ ਤੁਹਾਡੇ ਨਾਲ ਵੈਰ ਕਰਦੇ ਹਨ ਉਹ ਤੁਹਾਡੇ ਉੱਤੇ ਰਾਜ ਕਰਨਗੇ। ਅਤੇ ਭਾਵੇਂ ਕੋਈ ਤੁਹਾਡੇ ਮਗਰ ਨਾ ਲੱਗੇ ਤਾਂ ਵੀ ਤੁਸੀਂ ਭੱਜੋਗੇ। ਅਤੇ ਜੇ ਤੁਸੀਂ ਇਸ ਸਭ ਕਰਕੇ ਮੇਰੀ ਵੱਲ ਧਿਆਨ ਨਾ ਕਰੋ, ਤਾਂ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ 7 ਗੁਣਾ ਹੋਰ
ਦੰਡ ਦੇਵਾਂਗਾ ਅਤੇ ਮੈਂ ਤੁਹਾਡੀ ਜ਼ੋਰਾਵਰੀ ਦਾ ਹੰਕਾਰ ਤੋੜਾਂਗਾ ਅਤੇ ਮੈਂ ਤੁਹਾਡੇ ਆਕਾਸ਼ ਲੋਹੇ ਵਰਗਾ ਅਤੇ ਤੁਹਾਡੀ ਧਰਤੀ ਪਿੱਤਲ ਵਰਗੀ ਬਣਾਵਾਂਗਾ ਅਤੇ ਤੁਹਾਡਾ ਜ਼ੋਰ ਐਵੇਂ ਜਾਵੇਗਾ ਕਿਉਂ ਜੋ ਤੁਹਾਡੀ ਧਰਤੀ ਹਾੜੀ ਨਾ ਉਗਾਵੇਗੀ ਅਤੇ ਧਰਤੀ ਦੇ ਬਿਰਛ ਵੀ ਫਲ ਨਾ ਉਗਾਉਣਗੇ। ਅਤੇ ਜੇ ਤੁਸੀਂ ਮੇਰੇ ਵਿਰੋਧ ਵਿੱਚ ਤੁਰੋ ਅਤੇ ਮੇਰੀ ਵੱਲ ਧਿਆਨ ਨਾ ਕਰੋ ਤਾਂ ਮੈਂ ਤੁਹਾਡੇ ਪਾਪਾਂ ਦੇ ਅਨੁਸਾਰ ਤੁਹਾਡੇ ਉੱਤੇ 7 ਗੁਣਾ ਹੋਰ ਬਵਾ ਪਾਵਾਂਗਾ। ਮੈਂ ਜੰਗਲੀ ਜਾਨਵਰ ਵੀ ਤੁਹਾਡੇ ਵੱਲ ਕੱਲਾਂਗਾ ਜੋ ਤੁਹਾਡੀਆਂ ਬੱਚਿਆਂ ਨੂੰ ਖੋਹ ਲੈਣ ਅਤੇ ਤੁਹਾਡੀਆਂ ਡੰਗਰਾਂ ਦਾ ਨਾਸ ਕਰਨ ਅਤੇ ਤੁਹਾਨੂੰ ਕਟਾਉਣ ਅਤੇ ਤੁਹਾਡੀਆਂ ਪੱਕੀਆਂ ਸੜਕਾਂ ਵਿਹਲੀਆਂ ਰਹਿਣਗੀਆਂ। ਅਤੇ ਜੇ ਤੁਸੀਂ ਇਹਨਾਂ ਗੱਲਾਂ ਕਰਕੇ ਮੇਰੇ ਕੋਲੋਂ ਤਾੜੇ ਨਾ ਜਿਓਗੇ ਪਰ ਮੇਰੇ ਵਿਰੋਧ ਵਿੱਚ ਤੁਰੋਗੇ ਤਾਂ ਮੈਂ ਵੀ ਤੁਹਾਡੇ ਵਿਰੋਧ ਵਿੱਚ ਤੁਰਾਂਗਾ ਅਤੇ ਤੁਹਾਡੇ ਪਾਪਾਂ ਦੇ ਕਾਰਨ 7 ਗੁਣਾ ਹੋਰ ਵੀ ਦੰਡ ਦੇਵਾਂਗਾ ਅਤੇ ਮੈਂ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਜਿਹੜੀ ਮੇਰੇ ਨੇਮ ਦਾ ਬਦਲਾ ਲਵੇ। ਅਤੇ ਜਿਸ ਵੇਲੇ ਤੁਸੀਂ ਆਪਣੀਆਂ ਸ਼ਹਿਰਾਂ ਵਿੱਚ ਇਕੱਠੇ ਹੋ ਜਾਓ ਤਾਂ ਮੈਂ ਤੁਹਾਡੇ ਵਿੱਚ ਬਵਾ ਕੱਲਾਂਗਾ ਅਤੇ ਤੁਸੀਂ ਵੈਰੀ ਦੇ ਹੱਥ ਵਿੱਚ ਸੌਂਪੇ ਜਾਵੋਗੇ। ਅਤੇ ਜਿਸ ਵੇਲੇ ਮੈਂ ਤੁਹਾਡੀ ਰੋਟੀ ਦਾ ਟਾਸ ਨਾ ਢਾ ਸੁੱਟਿਆ ਤਾਂ 10 ਤੀਵੀਆਂ ਤੁਹਾਡੀਆਂ ਰੋਟੀਆਂ ਇੱਕੇ ਤੰਦੂਰ ਵਿੱਚ ਪਕਾਉਣਗੀਆਂ ਅਤੇ ਤੁਹਾਨੂੰ ਤੁਹਾਡੀ ਆਪਣੀ ਰੋਟੀ ਤੋਲ ਕੇ ਦੇਣਗੀਆਂ ਅਤੇ ਤੁਸੀਂ ਖਾਓਗੇ ਪਰ ਰੱਜੋਗੇ ਨਹੀਂ। ਅਤੇ ਜੇ ਤੁਸੀਂ ਇਹ ਸਭ ਕਰਕੇ ਮੇਰੇ ਵੱਲ ਧਿਆਨ ਨਾ ਕਰੋ ਪਰ ਮੇਰੇ ਵਿਰੋਧ ਵਿੱਚ ਤੁਰੋ ਤਦ ਮੈਂ ਵੀ ਤੁਹਾਡੇ ਕ੍ਰੋਧ ਨਾਲ ਤੁਹਾਡੇ ਵਿਰੋਧ ਵਿੱਚ ਤੁਰਾਂਗਾ ਅਤੇ ਮੈਂ ਤੁਹਾਡੇ ਪਾਪਾਂ ਦੇ ਕਾਰਨ ਤੁਹਾਨੂੰ 7 ਗੁਣਾ ਹੋਰ ਦੰਡ ਪਾਵਾਂਗਾ ਅਤੇ ਤੁਸੀਂ ਆਪਣੇ ਪੁੱਤਰਾਂ ਦਾ ਮਾਸ ਖਾਵੋਗੇ ਅਤੇ ਤੁਸੀਂ ਆਪਣੀਆਂ ਧੀਆਂ ਦਾ ਮਾਸ ਖਾਓਗੇ ਅਤੇ ਮੈਂ ਤੁਹਾਡੀਆਂ ਉੱਚੀਆਂ ਤਾਵਾਂ ਨੂੰ ਢਾਵਾਂਗਾ ਅਤੇ ਤੁਹਾਡੇ ਸੂਰਜ ਦੇ ਖੰਭਿਆਂ ਨੂੰ ਵੱਢਾਂਗਾ ਅਤੇ ਤੁਹਾਡੀਆਂ ਲੋਥਾਂ ਨੂੰ ਤੁਹਾਡੇ ਠਾਕੁਰਾਂ ਦੀਆਂ ਲੋਥਾਂ ਉੱਤੇ ਸੁੱਟਾਂਗਾ ਅਤੇ ਤੁਸੀਂ ਮੇਰੇ ਜੀ ਨੂੰ ਮਾੜੇ ਲੱਗੋਗੇ ਅਤੇ ਮੈਂ ਤੁਹਾਡੀਆਂ ਸ਼ਹਿਰਾਂ ਨੂੰ ਉਜਾੜਾਂਗਾ ਅਤੇ ਤੁਹਾਡੀਆਂ ਪਵਿੱਤਰ ਅਸਥਾਨਾਂ ਦਾ ਨਾਸ ਕਰਾਂਗਾ ਅਤੇ ਮੈਂ ਤੁਹਾਡੀਆਂ ਸੁੰਗਤਾਈਆਂ ਦਾ ਮੁਸ਼ਕ ਨਾ ਲਵਾਂਗਾ ਅਤੇ ਮੈਂ ਉਸ ਦੇਸ਼ ਦਾ ਨਾਸ ਕਰਵਾਵਾਂਗਾ ਅਤੇ ਤੁਹਾਡੇ ਵੈਰੀ ਜੋ ਉਸ ਦੇ ਵਿੱਚ ਰਹਿੰਦੇ ਹਨ ਸੋ ਵੇਖ ਕੇ ਅਚਰਜ ਹੋ ਜਾਣਗੇ ਅਤੇ ਮੈਂ ਤੁਹਾਨੂੰ ਕੌਮਾਂ ਵਿੱਚ ਖਿੰਡਾਵਾਂਗਾ ਅਤੇ ਮੈਂ ਤੁਹਾਡੇ ਮਗਰੋਂ ਤਲਵਾਰ ਚਲਾਵਾਂਗਾ ਅਤੇ ਤੁਹਾਡਾ ਦੇਸ਼ ਵਿਹਲਾ ਹੋ ਜਾਏਗਾ ਅਤੇ ਤੁਹਾਡੇ ਸ਼ਹਿਰ ਉਜੜ ਜਾਣਗੇ। ਤਾਂ ਜਦ ਤੋੜੀ ਉਹ ਵਿਹਲਾ ਰਹੇ ਅਤੇ ਤੁਸੀਂ ਆਪਣੇ ਵੈਰੀ ਦੇ ਦੇਸ਼ ਵਿੱਚ ਰਹੋ ਤਦ ਤੋੜੀ ਉਹ ਆਪਣੇ ਸ਼ਬਦ ਦੇ ਸਵਾਦ ਰੱਖੇ। ਹਾਂ ਉਸ ਵੇਲੇ ਦੇਸ਼ ਵਿਸਰਾਮ ਕਰੇ ਅਤੇ ਆਪਣੀਆਂ ਸ਼ਬਦਾਂ ਦਾ ਸਵਾਦ ਰੱਖੇ ਜਿੱਥੇ ਤੋੜੀ ਉਹ ਵਿਹਲਾ ਰਹੇ ਉੱਤੋਂ ਤੋੜੀ ਵਿਸਰਾਮ ਕਰੇ ਕਿਉਂਕਿ ਜਿਸ ਵੇਲੇ ਤੁਸੀਂ ਉਸ ਦੇਸ਼ ਵਿੱਚ ਵਸਦੇ ਸਵੋ ਤੁਹਾਡੇ ਸ਼ਬਦਾਂ ਵਿੱਚ ਉਸ ਨੂੰ ਵਿਸਰਾਮ ਨਾ ਮਿਲਿਆ ਅਤੇ ਤੁਹਾਡੇ ਵਿੱਚੋਂ ਜੋ ਜੀਵਦੇ ਰਹਿਣ ਉਹਨਾਂ ਦੀਆਂ ਵੈਰੀਆਂ ਦੇ ਦੇਸ਼ਾਂ ਵਿੱਚ ਮੈਂ ਉਹਨਾਂ ਦੀਆਂ ਮਨਾਂ ਨੂੰ ਢਿੱਲੇ ਕਰਾਂਗਾ ਅਤੇ ਉਹ ਪੱਥਰ ਦੇ ਕੜਕਾਰ ਸੁਣਦਿਆਂ ਭੱਜ ਜਾਣਗੇ। ਜਿਵੇਂ ਤਲਵਾਰ ਤੋਂ ਭੱਜਦੇ ਹਨ ਤਿਵੇਂ ਹੀ ਭੱਜਣਗੇ ਅਤੇ ਕਿਸੇ ਦੇ ਮਗਰ ਲੱਗੇ ਤੋਂ ਬਿਨਾਂ ਹੀ ਡਿੱਗ ਪੈਣਗੇ ਅਤੇ ਉਹ ਇੱਕ ਦੂਜੇ ਉੱਤੇ ਆ ਪੈਣਗੇ ਜਿਹੇ ਕਿਸੇ ਦਾ ਮਗਰ ਲੱਗੇ ਤੋਂ ਬਿਨਾਂ ਹੀ ਤਲਵਾਰ ਦੇ ਅੱਗੇ ਅਤੇ ਆਪਣੇ ਵੈਰੀਆਂ ਦੇ ਅੱਗੇ ਅੜਨ ਦਾ ਕੁਝ ਤੁਹਾਡੇ ਵਿੱਚ ਜ਼ੋਰ ਨਾ ਰਹੇਗਾ ਅਤੇ ਤੁਸੀਂ ਕੌਮਾਂ ਦੇ ਵਿੱਚ ਮਰ ਜਾਵੋਗੇ ਅਤੇ ਤੁਹਾਡੀਆਂ ਵੈਰੀਆਂ ਦਾ ਦੇਸ਼ ਤੁਹਾਨੂੰ ਨਿਗਲ ਜਾਏਗਾ ਅਤੇ ਉਹ ਜੋ ਤੁਹਾਡੇ ਵਿੱਚੋਂ ਰਹਿਣਗੇ ਸੋ ਤੁਹਾਡੇ ਵੈਰੀਆਂ ਦੇ ਦੇਸ਼ ਵਿੱਚ ਬਦੀ ਕਰਦੇ ਕਰਦੇ ਲਿੱਸੇ ਪੈ ਜਾਣਗੇ ਨਾਲੇ ਆਪਣੇ ਪਿਓ ਦਾਦਿਆਂ ਦੀਆਂ ਬਦੀਆਂ ਵਿੱਚ ਲਿੱਸੇ ਪੈ ਜਾਣਗੇ। ਜੇ ਉਹ ਆਪਣੇ ਬਦੀ ਨੂੰ ਅਤੇ ਆਪਣੇ ਪਿਓ ਦਾਦਿਆਂ ਦੀ ਬਦੀ ਨੂੰ ਨਾਲੇ ਆਪਣੇ ਬੇਈਮਾਨੀ ਨੂੰ ਜਿਸ ਕਰਕੇ ਉਹਨਾਂ ਨੇ ਮੇਰਾ ਬੇਈਮਾਨੀ ਕੀਤੀ ਅਤੇ ਆਪਣੀ ਮੇਰੇ ਵਿਰੋਧ ਤੁਰਨ ਨੂੰ ਮੰਨ ਲੈਣ ਅਤੇ ਇਹ ਵੀ ਕਿ ਮੈਂ ਉਹਨਾਂ ਦੇ ਵਿਰੋਧ ਤੁਰਿਆ ਅਤੇ
ਉਹਨਾਂ ਨੂੰ ਉਹਨਾਂ ਦੀਆਂ ਵੇਰੀਆਂ ਦੇ ਦੇਸ਼ ਵਿੱਚ ਲਿਆਇਆ। ਜੇ ਕਦੀ ਉਸ ਵੇਲੇ ਉਹਨਾਂ ਦੇ ਅਸੁੰਨਤੀ ਹਿਰਦੇ ਨੀਵੇਂ ਹੋ ਜਾਣ ਅਤੇ ਉਹ ਉਸ ਵੇਲੇ ਆਪਣੀ ਬਦੀ ਦੇ ਦੰਡ ਨੂੰ ਮੰਨ ਲੈਣ, ਤਦ ਮੈਂ ਆਪਣਾ ਨੇਮ ਯਾਕੂਬ ਦੇ ਨਾਲ ਅਤੇ ਨਾਲੇ ਆਪਣਾ ਨੇਮ ਇਸਹਾਕ ਦੇ ਨਾਲ ਅਤੇ ਨਾਲੇ ਆਪਣੀ ਨੇਮ ਅਬਰਾਹਮ ਦੇ ਨਾਲ ਚੇਤੇ ਕਰਾਂਗਾ ਅਤੇ ਮੈਂ ਉਸ ਦੇਸ਼ ਦਾ ਚੇਤੇ ਵੀ ਕਰਾਂਗਾ। ਨਾਲੇ ਉਹ ਦੇਸ਼ ਉਹਨਾਂ ਕੋਲ ਛੱਡਿਆ ਜਾਵੇਗਾ ਅਤੇ ਆਪਣੇ ਸਬਤਾਂ ਦਾ ਸਵਾਦ ਰੱਖੇਗਾ, ਜਿਸ ਵੇਲੇ ਉਹ ਉਹਨਾਂ ਤੋਂ ਬਿਨਾਂ ਵਿਹਲਾ ਰਹੇ ਅਤੇ ਉਹ ਆਪਣੀ ਬਦੀ ਦਾ ਦੰਡ ਮੰਨ ਲੈਣ। ਕਿਉਂ ਜੋ ਉਹਨਾਂ ਨੇ ਮੇਰੀਆਂ ਨਿਆਵਾਂ ਨੂੰ ਤਿਆਗ ਦਿੱਤਾ ਅਤੇ ਮੇਰੀਆਂ ਵਿਧਾਂ ਉਹਨਾਂ ਦੇ ਜੀਆਂ ਨੂੰ ਮਾੜੀਆਂ ਲੱਗੀਆਂ, ਤਾਂ ਵੀ ਜਿਸ ਵੇਲੇ ਉਹ ਆਪਣੀ ਵੇਰੀ ਦੇ ਦੇਸ਼ ਵਿੱਚ ਹੋਣ, ਮੈਂ ਉਹਨਾਂ ਨੂੰ ਰੱਦਾਂਗਾ ਅਤੇ ਉਹਨਾਂ ਦਾ ਮੁੱਲੋਂ ਨਾਸ਼ ਕਰਨ ਲਈ ਅਤੇ ਆਪਣਾ ਨੇਮ ਉਹਨਾਂ ਦੇ ਨਾਲ ਤੋੜਨ ਲਈ ਉਹਨਾਂ ਨੂੰ ਮਾੜੇ ਨਾ ਜਾਣਾਂਗਾ, ਕਿਉਂ ਜੋ ਮੈਂ ਯਹੋਵਾ ਉਹਨਾਂ ਦਾ ਪਰਮੇਸ਼ਰ ਹਾਂ। ਪਰ ਮੈਂ ਉਹਨਾਂ ਦੀ ਖਾਤਰ ਉਹਨਾਂ ਦੇ ਪਿਓ ਦਾਦਿਆਂ ਦਾ ਨੇਮ, ਜਿਨ੍ਹਾਂ ਨੂੰ ਮੈਂ ਮਿਸਰ ਦੇ ਦੇਸ਼ੋਂ ਕੌਮਾਂ ਦੇ ਵੇਖਣ ਵਿੱਚ ਉਹਨਾਂ ਦਾ ਪਰਮੇਸ਼ਰ ਬਣਨ ਲਈ ਕੱਢ ਲਿਆਇਆ, ਚੇਤੇ ਕਰਾਂਗਾ। ਮੈਂ ਯਹੋਵਾ ਹਾਂ। ਯਹੋਵਾ ਨੇ ਆਪਣੇ ਅਤੇ ਇਸਰਾਏਲੀਆਂ ਦੇ ਵਿੱਚ ਸੀਨਾ ਦੇ ਪਹਾੜ ਉੱਤੇ ਮੂਸਾ ਦੇ ਹੱਥੀਂ ਵਿਧਾਂ ਅਤੇ ਨਿਯਮਾਂ ਅਤੇ ਵਿਵਸਥਾ ਜੋ ਠਹਿਰਾਇਆ ਸੋ ਇਹੋ ਹਨ। ਲੇਵੀਆਂ ਦੀ ਪੋਥੀ ਅਧਿਆਇ 27। ਯਹੋਵਾ ਮੂਸਾ ਨਾਲ ਬੋਲਿਆ ਕਿ ਇਸਰਾਏਲੀਆਂ ਨਾਲ ਗੱਲ ਕਰ ਅਤੇ ਉਹਨਾਂ ਨੂੰ ਆਖ ਕਿ ਜੇ ਕੋਈ ਮਨੁੱਖ ਸੁਖਨਾ ਸੁਖ ਕੇ ਕਿਸੇ ਨੂੰ ਯਹੋਵਾ ਦੇ ਲਈ ਤਾਪੇ, ਤਾਂ ਤੇਰੇ ਮੁੱਲ ਦੇ ਅਨੁਸਾਰ ਉਹਨਾਂ ਦੀਆਂ ਜਿੰਦਾਂ ਯਹੋਵਾ ਦੇ ਲਈ ਹੋਣਗੀਆਂ ਅਤੇ ਤੇਰਾ ਮੁੱਲ ਉਸ ਪੁਰਖ ਦੇ ਲਈ ਜੋ 20 ਵਰਿਆਂ ਦਾ ਹੋਵੇ 60 ਵਰਿਆਂ ਤੋੜੀ। ਹਾਂ, ਤੇਰਾ ਮੁੱਲ 50 ਰੁਪਏ ਚਾਂਦੀ ਦੇ ਪਵਿੱਤਰ ਅਸਥਾਨ ਦੇ ਸਕਲ ਅਨੁਸਾਰ ਹੋਵੇ ਅਤੇ ਜੇ ਇਸਤਰੀ ਹੋਵੇ ਤਾਂ ਤੇਰਾ ਮੁੱਲ 30 ਰੁਪਏ ਹੋਵੇ ਅਤੇ ਜੇ ਉਹ 50 ਵਰਿਆਂ ਤੋਂ ਲੈ ਕੇ 20 ਵਰਿਆਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ 20 ਰੁਪਏ ਅਤੇ ਇਸਤਰੀ ਦਾ 10 ਰੁਪਏ ਹੋਵੇ ਅਤੇ ਜੇ ਉਹ 1 ਮਹੀਨੇ ਤੋਂ ਲੈ ਕੇ 50 ਵਰਿਆਂ ਤੋੜੀ ਹੋਵੇ ਤਾਂ ਤੇਰਾ ਮੁੱਲ ਪੁਰਖ ਦਾ ਚਾਂਦੀ ਦੇ 5 ਰੁਪਏ ਅਤੇ ਤੇਰਾ ਮੁੱਲ ਇਸਤਰੀ ਦਾ ਚਾਂਦੀ ਦੇ 3 ਰੁਪਏ ਹੋਵੇਗਾ ਅਤੇ ਜੇ ਉਹ 60 ਵਰਿਆਂ ਤੋਂ ਉੱਪਰ ਹੋਵੇ, ਜੇ ਉਹ ਪੁਰਖ ਹੋਵੇ ਤਾਂ ਤੇਰਾ ਮੁੱਲ 15 ਰੁਪਇਆ ਅਤੇ ਇਸਤਰੀ ਹੋਵੇ ਤਾਂ 10 ਰੁਪਏ ਹੋਵੇ। ਪਰ ਜੇ ਉਹ ਤੇਰੇ ਮੁੱਲ ਨਾਲੋਂ ਘੱਟ ਹੋਵੇ ਤਾਂ ਉਹ ਜਾਜਕ ਦੇ ਅੱਗੇ ਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ। ਸੁਖਨਾ ਵਾਲੇ ਦੀ ਸਮਰੱਥਾ ਦੇ ਅਨੁਸਾਰ ਜਾਜਕ ਉਸ ਦਾ ਮੁੱਲ ਠਹਿਰਾਵੇ। ਤੇ ਜੇ ਉਹ ਪਸ਼ੂ ਹੋਵੇ, ਅਜਿਹਾ ਲੋਕ ਯਹੋਵਾ ਦੇ ਅੱਗੇ ਚੜਾਉਂਦੇ ਹਨ, ਤਾਂ ਸਭ ਕੁਝ ਉਹਨਾਂ ਵਿੱਚੋਂ ਜੋ ਯਹੋਵਾ ਦੇ ਅੱਗੇ ਚੜਾਏ ਜਾਂਦੇ ਹਨ ਪਵਿੱਤਰ ਹੋਵੇਗਾ। ਉਹ ਉਸ ਨੂੰ ਨਾ ਵਟਾਵੇ ਨਾ ਮੋੜੇ, ਚੰਗੇ ਦੇ ਵੱਟੇ ਮਾੜਾ ਅਤੇ ਮਾੜੇ ਦੇ ਵੱਟੇ ਚੰਗਾ ਨਾ ਦੇਵੇ। ਅਤੇ ਜੇ ਕਦੀ ਉਹ ਕਿਵੇਂ ਪਸ਼ੂ ਦੇ ਵੱਟੇ ਹੋਰ ਕੋਈ ਪਸ਼ੂ ਦੇਵੇ ਤਾਂ ਉਹ ਅਤੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣ। ਅਤੇ ਜੇ ਕਦੀ ਉਹ ਅਸ਼ੁੱਧ ਪਸ਼ੂ ਹੋਵੇ ਜਿਹੜੇ ਯਹੋਵਾ ਦੇ ਅੱਗੇ ਚੜਾਉਂਦੇ ਨਹੀਂ ਹਨ, ਤਾਂ ਉਹ ਜਾਜਕ ਦੇ ਅੱਗੇ ਉਸ ਪਸ਼ੂ ਨੂੰ ਲਿਆਵੇ ਅਤੇ ਜਾਜਕ ਉਸ ਦਾ ਮੁੱਲ ਠਹਿਰਾਵੇ, ਭਈ ਚੰਗਾ ਹੈ ਕਿ ਮਾੜਾ। ਜਿਸ ਤਰ੍ਹਾਂ ਤੂੰ ਜਾਜਕ ਹੈ ਉਸ ਦਾ ਮੁੱਲ ਠਹਿਰਾਵੇ, ਉਸੇ ਤਰ੍ਹਾਂ ਹੋਵੇਗਾ। ਪਰ ਜੇ ਉਹ ਉਸ ਨੂੰ ਮੋੜੇ ਤਾਂ ਉਹ 5ਵਾਂ ਹਿੱਸਾ ਇੱਕ ਹੋਰ ਪਾ ਕੇ ਤੇਰੇ ਮੁੱਲ ਦੇ ਨਾਲ ਹੀ ਦੇ ਦੇਵੇ। ਜਾਂ ਕੋਈ ਮਨੁੱਖ ਆਪਣਾ ਘਰ ਯਹੋਵਾ ਦੇ ਅੱਗੇ ਪਵਿੱਤਰ ਬਣਾਉਣ ਲਈ ਅਰਪੇ, ਤਾਂ ਜਾਜਕ ਉਸ ਦਾ ਮੁੱਲ ਠਹਿਰਾਵੇ, ਭਈ ਚੰਗਾ ਹੈ ਜਾਂ ਮਾੜਾ। ਅਤੇ ਜਿਹੜਾ ਜਾਜਕ ਉਸ ਦਾ ਮੁੱਲ ਠਹਿਰਾਵੇ ਤਿਹਾ ਹੀ ਰਹੇ। ਅਤੇ ਜੇ ਉਹ ਅਰਪਣ ਵਾਲਾ ਕਿਵੇਂ ਆਪਣਾ ਘਰ ਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ 5ਵਾਂ ਹਿੱਸਾ ਰੋਕੜ ਦਾ ਹੋਰ ਪਾ ਕੇ ਦੇਵੇ ਅਤੇ ਉਹ ਉਸੇ ਦਾ ਹੋਵੇਗਾ। ਅਤੇ ਜੇ ਕੋਈ ਮਨੁੱਖ ਯਹੋਵਾ ਦੇ ਅੱਗੇ ਆਪਣੀ ਪੱਤੀ ਦੀ ਪਹਿਲੀ ਦਾ ਕੁਝ ਟੋਟਾ ਅਰਪੇ, ਤਾਂ ਤੇਰਾ ਮੁੱਲ ਉਸ ਦੇ ਬੀਜ ਦੇ ਅਨੁਸਾਰ ਹੋਵੇ। ਜਵਾਨ ਦੇ ਬੀਜ ਦਾ ਇੱਕ ਟੋਪੇ ਦਾ ਮੁੱਲ 50 ਰੁਪਏ ਚਾਂਦੀ ਦਾ ਹੋਵੇ।
ਜੇ ਉਹ ਆਪਣੀ ਪਹਿਲੀ ਆਨੰਦ ਦੇ ਵਰੇ ਤੋਂ ਅਰਪੇ ਤਾਂ ਤੇਰੇ ਮੁੱਲ ਦੇ ਅਨੁਸਾਰ ਰਹੇ, ਪਰ ਜੇ ਉਹ ਆਨੰਦ ਦੇ ਪਿੱਛੋਂ ਆਪਣੀ ਪਹਿਲੀ ਅਰਪੇ ਤਾਂ ਅਜਾਜਕ ਰਹਿੰਦਿਆਂ ਵਰਿਆਂ ਦੇ ਲੇਖੇ ਦੇ ਅਨੁਸਾਰ, ਅਰਥਾਤ ਆਨੰਦ ਦੇ ਵਰੇ ਤੋੜੀ ਉਸ ਰੋਕੜ ਦਾ ਲੇਖਾ ਕਰੇ ਅਤੇ ਉਹ ਤੇਰੇ ਮੁੱਲ ਤੋਂ ਕੱਟ ਜਾਏ। ਅਤੇ ਜੇ ਉਸ ਪਹਿਲੀ ਦਾ ਅਰਪਣ ਵਾਲਾ ਕਿਵੇਂ ਉਸ ਨੂੰ ਮੋੜ ਲਵੇ ਤਾਂ ਉਹ ਤੇਰੇ ਮੁੱਲ ਦਾ 5ਵਾਂ ਹਿੱਸਾ ਰੁਕੜ ਦਾ ਹੋਰ ਪਾ ਕੇ ਦੇਵੇ ਅਤੇ ਉਸੇ ਦਾ ਠਹਿਰੇਗਾ। ਅਤੇ ਜੇ ਉਹ ਉਸ ਪਹਿਲੀ ਨੂੰ ਮੋੜਨਾ ਨਾ ਚਾਹੇ ਜਾਂ ਜੇ ਉਹ ਪਹਿਲੀ ਉਸਨੇ ਕਿਸੇ ਹੋਰ ਮਨੁੱਖ ਕੋਲ ਵੇਚ ਸੁੱਟੀ ਹੋਵੇ ਤਾਂ ਉਹ ਫਿਰ ਕਦੀ ਮੋੜੀ ਨਾ ਜਾਏ। ਪਰ ਉਹ ਪਹਿਲੀ ਜਿਸ ਵੇਲੇ ਉਹ ਆਨੰਦ ਦੇ ਵਰੇ ਵਿੱਚ ਉਸ ਤੋਂ ਛੁੱਟ ਜਾਏ, ਸੋ ਯਹੋਵਾ ਦੇ ਅੱਗੇ ਸੁੱਕੀ ਹੋਈ ਪਹਿਲੀ ਜਿਹੀ ਪਵਿੱਤਰ ਹੋਵੇਗੀ। ਉਸ ਦਾ ਅਧਿਕਾਰ ਜਾਜਕ ਨੂੰ ਹੋਵੇਗਾ। ਅਤੇ ਜੇ ਕੋਈ ਮਨੁੱਖ ਇੱਕ ਮੁੱਲ ਲਈ ਹੋਈ ਪਹਿਲੀ ਯਹੋਵਾ ਦੇ ਅੱਗੇ ਅਰਪੇ ਜੋ ਆਪਣੀ ਪਤੀ ਦੀਆਂ ਪਹਿਲੀਆਂ ਵਿੱਚੋਂ ਨਹੀਂ ਹੈ, ਤਦ ਜਾਜਕ ਤੇਰੇ ਮੁੱਲ ਦੇ ਲੇਖਾ ਆਨੰਦ ਦੇ ਵਰੇ ਤਾਈਂ ਕਰੇ ਅਤੇ ਉਹ ਉਸੇ ਦਿਨ ਵਿੱਚ ਤੇਰੇ ਠਹਿਰਾਏ ਹੋਏ ਮੁੱਲ ਨੂੰ ਪਵਿੱਤਰ ਜਾਣ ਕੇ ਯਹੋਵਾ ਦੇ ਅੱਗੇ ਦੇਵੇ। ਆਨੰਦ ਦੇ ਵਰੇ ਵਿੱਚ ਉਹ ਪਹਿਲੀ ਉਸੇ ਨੂੰ ਮੋੜੇਗੀ ਜਿਸ ਤੋਂ ਉਹ ਮੁੱਲ ਲਈ ਸੀ, ਅਰਥਾਤ ਉਸੇ ਨੂੰ ਜਿਸ ਦੇ ਅਧਿਕਾਰ ਉਹ ਧਰਤੀ ਪਹਿਲੋਂ ਸੀ। ਅਤੇ ਤੇਰੇ ਸਾਰੇ ਠਹਿਰਾਏ ਹੋਏ ਮੁੱਲ ਸੋ ਪਵਿੱਤਰ ਅਸਥਾਨ ਦੇ ਸਕਲ ਦੇ ਅਨੁਸਾਰ ਹੋਣ, ਸਕਲ ਦੀਆਂ 20 ਗਿਰਾ ਹੋਣ। ਨਿਰਾਪੁਰਾ ਪਸ਼ੂਆਂ ਦਾ ਜੇਟਾ ਜੋ ਯਹੋਵਾ ਦਾ ਜੇਟਾ ਹੋਵੇ, ਕੋਈ ਮਨੁੱਖ ਉਸ ਨੂੰ ਨਾ ਅਰਪੇ, ਭਾਵੇਂ ਬਲਦ ਦਾ ਭਾਵੇਂ ਭੇਡ ਦਾ, ਯਹੋਵਾ ਦਾ ਜੋ ਹੈ। ਅਤੇ ਜੇ ਕਦੀ ਉਹ ਕਿਸੇ ਅਸ਼ੁੱਧ ਪਸ਼ੂ ਦਾ ਹੋਵੇ ਤਾਂ ਉਹ ਉਸ ਨੂੰ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਮੋੜ ਲਵੇ ਅਤੇ ਉਹ ਉਸ ਨੂੰ ਇੱਕ 5ਵਾਂ ਹਿੱਸਾ ਹੋਰ ਨਾਲ ਪਾ ਕੇ ਦੇਵੇ। ਜਾਂ ਜੇ ਉਹ ਮੋੜਿਆ ਨਾ ਜਾਏ ਤਾਂ ਉਹ ਤੇਰੇ ਠਹਿਰਾਏ ਹੋਏ ਮੁੱਲ ਦੇ ਅਨੁਸਾਰ ਵੇਚਿਆ ਜਾਏ। ਤਦ ਵੀ ਕੋਈ ਸੁੱਕੀ ਹੋਈ ਵਸਤੂ ਜੋ ਕੋਈ ਮਨੁੱਖ ਆਪਣੇ ਮਾਲ ਵਿੱਚੋਂ ਯਹੋਵਾ ਦੇ ਅੱਗੇ ਸੁੱਟੇ, ਭਾਵੇਂ ਕੋਈ ਮਨੁੱਖ ਭਾਵੇਂ ਪਸ਼ੂ ਭਾਵੇਂ ਆਪਣੀ ਪਤੀ ਦੀ ਪਹਿਲੀ, ਸੋ ਵੇਚੀ ਨਾ ਜਾਏ ਨਾ ਮੋੜੀ। ਸਭੇ ਸੁੱਕੀਆਂ ਹੋਈਆਂ ਵਸਤਾਂ ਯਹੋਵਾ ਦੇ ਅੱਗੇ ਅਤ ਪਵਿੱਤਰ ਹਨ। ਜਿਹੜੇ ਜਨੇ ਮਨੁੱਖਾਂ ਵਿੱਚੋਂ ਸੁੱਕੇ ਜਾਣ ਸੋ ਫਿਰ ਨਾ ਮੋੜੇ ਜਾਣ, ਪਰ ਜ਼ਰੂਰ ਵੱਡੇ ਜਾਣ। ਅਤੇ ਧਰਤੀ ਦਾ ਸਾਰਾ ਦਸਵੰਧ, ਧਰਤੀ ਦੇ ਬੀਜ ਦਾ, ਭਾਵੇਂ ਬਿਰਛਾਂ ਦੇ ਫਲਾਂ ਦਾ ਹੋਵੇ, ਸੋ ਯਹੋਵਾ ਦਾ ਹੈ। ਇਹ ਯਹੋਵਾ ਦੇ ਅੱਗੇ ਪਵਿੱਤਰ ਹੈ। ਅਤੇ ਜੇ ਕੋਈ ਮਨੁੱਖ ਕਿਵੇਂ ਆਪਣੇ ਦਸਵੰਤਾਂ ਤੋਂ ਕੁਝ ਮੋੜ ਲਵੇ ਤਾਂ ਉਸ ਦੇ ਨਾਲ ਉਸ ਦਾ 5ਵਾਂ ਹਿੱਸਾ ਪਾ ਕੇ ਦੇਵੇ। ਅਤੇ ਵਗ ਦੇ ਦਸਵੰਤ ਜਾਂ ਇੱਜੜ ਦੇ ਦਸਵੰਤ, ਅਰਥਾਤ ਉਸ ਸਭ ਦਾ ਜੋ ਸੋਟੇ ਹੇਠ ਆਏ ਹੋਏ ਹੋਣ, ਉਸ ਦਾ ਦਸਵੰਤ ਯਹੋਵਾ ਦੇ ਅੱਗੇ ਪਵਿੱਤਰ ਹੋਵੇਗਾ। ਉਹ ਉਸ ਨੂੰ ਛਾਂਟੇ ਭਈ ਚੰਗਾ ਹੈ ਜਾਂ ਮਾੜਾ, ਨਾ ਉਸ ਨੂੰ ਵਟਾਵੇ। ਅਤੇ ਜੇ ਉਹ ਉਸ ਨੂੰ ਕਿਵੇਂ ਵਟਾਵੇ ਤਦ ਉਹ ਨਾਲੇ ਉਸ ਦਾ ਵਟਾਂਦਰਾ ਦੋਵੇਂ ਪਵਿੱਤਰ ਹੋਣਗੇ। ਉਹ ਮੋੜਿਆ ਨਾ ਜਾਏ। ਜਿਹੜੀਆਂ ਯਹੋਵਾ ਨੇ ਇਸਰਾਏਲੀਆਂ ਦੇ ਲਈ ਸੀਨਾ ਦੇ ਪਹਾੜ ਉੱਤੇ ਮੂਸਾ ਨੂੰ ਆਗਿਆ ਦਿੱਤੀਆਂ, ਉਹ ਆਗਿਆ ਇਹੋ ਹਨ। ਮੱਤੀ ਦੀ ਇੰਜੀਲ ਅਧਿਆਇ 15। ਤਦ ਫਰੀਸੀਆਂ ਔਰ ਗ੍ਰੰਥੀਆਂ ਨੇ ਯਰੂਸ਼ਲਮ ਤੋਂ ਯਿਸੂ ਦੇ ਕੋਲ ਆਣ ਕੇ ਕਿਹਾ, ਤੇਰੇ ਚੇਲੇ ਵੱਡੀਆਂ ਦੀ ਰੀਤ ਨੂੰ ਕਿਉਂ ਉਲੰਘਣ ਕਰਦੇ ਹਨ ਕਿ ਰੋਟੀ ਖਾਣ ਦੇ ਵੇਲੇ ਹੱਥ ਨਹੀਂ ਧੋਂਦੇ? ਪਰ ਉਸਨੇ ਉਹਨਾਂ ਨੂੰ ਉੱਤਰ ਦਿੱਤਾ, ਤੁਸੀਂ ਵੀ ਕਿਉਂ ਆਪਣੀਆਂ ਰੀਤ ਨਾਲ ਪਰਮੇਸ਼ਰ ਦੇ ਹੁਕਮ ਨੂੰ ਉਲੰਘਣ ਕਰਦੇ ਹੋ? ਕਿਉਂ ਜੋ ਪਰਮੇਸ਼ਰ ਨੇ ਫਰਮਾਇਆ ਕਿ ਆਪਣੇ ਪਿਤਾ ਅਤੇ ਆਪਣੀ ਮਾਤਾ ਦਾ ਆਦਰ ਕਰ, ਅਤੇ ਜਿਹੜਾ ਪਿਤਾ ਜਾਂ ਮਾਤਾ ਨੂੰ ਮੰਦਾ ਬੋਲੇ ਉਹ ਜਾਨੋਂ ਮਾਰਿਆ ਜਾਵੇ। ਪਰ ਤੁਸੀਂ ਆਖਦੇ ਹੋ ਭਈ ਜਿਹੜਾ ਪਿਤਾ ਜਾਂ ਮਾਤਾ ਨੂੰ ਕਹੇ ਕਿ ਜੋ ਕੁਝ ਮੇਰੇ ਕੋਲੋਂ ਤੈਨੂੰ ਲਾਭ ਹੋ ਸਕਦਾ ਸੀ ਸੋ ਭੇਟ ਹੋ ਗਿਆ, ਉਹ ਆਪਣੇ ਪਿਤਾ ਜਾਂ ਮਾਤਾ ਦਾ ਆਦਰ ਨਾ ਕਰੇ। ਐਂ ਤੁਸਾਂ ਆਪਣੀ ਰੀਤ ਨਾਲ ਪਰਮੇਸ਼ਰ ਦੀ ਵਚਨ ਨੂੰ ਅਕਾਰਤ ਕਰ ਦਿੱਤਾ। ਹੇ ਕਪਟਿਓ, ਯੈਸਾਇਆ ਨੇ ਤੁਹਾਡੇ ਵਿਖੇ ਠੀਕ ਅਗਮ ਵਾਕ ਕੀਤਾ ਹੈ ਕਿ ਇਹ ਲੋਕ ਆਪਣੇ ਬੁੱਲਾਂ ਨਾਲ ਮੇਰਾ ਆਦਰ ਕਰਦੇ ਹਨ,
ਪਰ ਇਹਨਾਂ ਦਾ ਦਿਲ ਮੈਥੋਂ ਦੂਰ ਹੈ। ਇਹ ਵਿਰਤਾ ਮੇਰੀ ਉਪਾਸਨਾ ਕਰਦੇ ਹਨ। ਉਹ ਮਨੁੱਖਾਂ ਦੇ ਹੁਕਮਾਂ ਦੀ ਸਿੱਖਿਆ ਦਿੰਦੇ ਹਨ। ਉਸਨੇ ਲੋਕਾਂ ਨੂੰ ਕੋਲ ਸੱਦ ਕੇ ਉਹਨਾਂ ਨੂੰ ਆਖਿਆ, ਸੁਣੋ ਅਤੇ ਸਮਝੋ ਕਿ ਜੋ ਕੁਝ ਮੂੰਹ ਵਿੱਚ ਜਾਂਦਾ ਹੈ ਸੋ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦਾ, ਬਲਕਿ ਜੋ ਮੂੰਹੋਂ ਨਿਕਲਦਾ ਹੈ ਸੋ ਹੀ ਮਨੁੱਖ ਨੂੰ ਭ੍ਰਿਸ਼ਟ ਕਰਦਾ ਹੈ। ਤਦ ਚੇਲਿਆਂ ਨੇ ਨੇੜੇ ਆਣ ਕੇ ਉਹਨੂੰ ਆਖਿਆ, ਭਲਾ ਤੈਨੂੰ ਮਾਲੂਮ ਹੈ ਜੋ ਫਰੀਸੀਆਂ ਨੇ ਇਹ ਗੱਲ ਸੁਣ ਕੇ ਠੋਕਰ ਖਾਧੀ। ਉਹਨੇ ਉੱਤਰ ਦਿੱਤਾ, ਭਈ ਹਰੇਕ ਬੂਟਾ ਜੋ ਮੇਰੇ ਸਵਰਗੀ ਪਿਤਾ ਨੇ ਨਹੀਂ ਲਾਇਆ ਸੋ ਜੜੋਂ ਪੁੱਟਿਆ ਜਾਵੇਗਾ। ਉਹਨਾਂ ਨੂੰ ਜਾਣ ਦਿਓ, ਉਹ ਅੰਨੇ ਆਗੂ ਹਨ, ਅਤੇ ਜੇ ਅੰਨੇ ਦਾ ਆਗੂ ਹੋਵੇ ਤਾਂ ਦੋਵੇਂ ਟੋਏ ਵਿੱਚ ਡਿੱਗਣਗੇ। ਤਦ ਪਤਰਸ ਨੇ ਅੱਗੋਂ ਉਹਨੂੰ ਆਖਿਆ, ਜੋ ਇਸ ਦ੍ਰਿਸ਼ਟਾਂਤ ਦਾ ਅਰਥ ਸਾਨੂੰ ਦੱਸ। ਉਹਨੇ ਕਿਹਾ, ਭਲਾ ਤੁਸੀਂ ਵੀ ਅਜੇ ਨਿਰਬੁੱਧ ਹੋ ਕਿ ਤੁਸੀਂ ਨਹੀਂ ਸਮਝਦੇ ਪਏ? ਸਭ ਕੁਝ ਜੋ ਮੂੰਹ ਵਿੱਚ ਜਾਂਦਾ ਹੈ ਸੋ ਢਿੱਡ ਵਿੱਚ ਪੈ ਜਾਂਦਾ ਅਤੇ ਬਾਹਰ ਸੇਦਖਾਨੇ ਵਿੱਚ ਸੁੱਟਿਆ ਜਾਂਦਾ ਹੈ। ਪਰ ਜਿਹੜੀਆਂ ਗੱਲਾਂ ਮੂੰਹੋਂ ਨਿਕਲਦੀਆਂ ਹਨ ਉਹ ਦਿਲ ਵਿੱਚੋਂ ਆਉਂਦੀਆਂ ਹਨ ਅਤੇ ਇਹੋ ਮਨੁੱਖ ਨੂੰ ਭ੍ਰਿਸ਼ਟ ਕਰਦੇ ਹਨ। ਕਿਉਂਕਿ ਬੁਰੇ ਖਿਆਲ, ਖੂਨ, ਜਨਾਕਾਰੀਆਂ, ਹਰਾਮਕਾਰੀਆਂ, ਚੋਰੀਆਂ, ਝੂਠੀਆਂ ਉਗਾਈਆਂ, ਕੁਫਰ ਦਿਲ ਵਿੱਚੋਂ ਨਿਕਲਦੇ ਹਨ। ਇਹੋ ਗੱਲਾਂ ਹਨ ਜਿਹੜੀਆਂ ਮਨੁੱਖ ਨੂੰ ਭ੍ਰਿਸ਼ਟ ਕਰਦੀਆਂ ਹਨ। ਪਰ ਅਣਧੋਤੇ ਹੱਥਾਂ ਨਾਲ ਰੋਟੀ ਖਾਣੀ ਮਨੁੱਖ ਨੂੰ ਭ੍ਰਿਸ਼ਟ ਨਹੀਂ ਕਰਦੀ। ਯਿਸੂ ਉੱਤੋਂ ਚੱਲ ਕੇ ਸੂਰ ਅਤੇ ਸੈਦਾ ਦੇ ਇਲਾਕੇ ਵਿੱਚ ਗਿਆ, ਔਰ ਵੇਖੋ ਇੱਕ ਕਨਾਨੀ ਤੀਵੀਂ ਉਹਨਾਂ ਹੱਦਾਂ ਵਿੱਚੋਂ ਨਿਕਲ ਕੇ ਹਾਕਾਂ ਮਾਰਦੀ ਬੋਲੀ ਕਿ ਹੇ ਪ੍ਰਭੂ, ਦਾਊਦ ਦੇ ਪੁੱਤਰ, ਮੇਰੇ ਉੱਤੇ ਦਇਆ ਕਰੋ। ਮੇਰੀ ਧੀ ਦਾ ਬਦਰੂ ਦੇ ਸਾਏ ਨਾਲ ਬੁਰਾ ਹਾਲ ਹੈ। ਪਰ ਉਹਨੇ ਉਸ ਨੂੰ ਕੋਈ ਉੱਤਰ ਨਾ ਦਿੱਤਾ। ਤਦ ਉਹਦੇ ਚੇਲਿਆਂ ਨੇ ਕੋਲ ਆਣ ਕੇ ਉਹਦੇ ਅੱਗੇ ਅਰਜ਼ ਕੀਤੀ, ਭਈ ਉਸ ਨੂੰ ਵਿਦਿਆ ਕਰ, ਕਿਉਂ ਜੋ ਉਹ ਸਾਡੇ ਮਗਰ ਡੰਡ ਪਾਉਂਦੀ ਹੈ। ਉਹਨੇ ਅੱਗੋਂ ਆਖਿਆ, ਮੈਂ ਇਸਰਾਏਲ ਦੇ ਪਰਿਵਾਰ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੇ ਬਿਨਾਂ ਹੋਰਨਾਂ ਕੋਲ ਨਹੀਂ ਘੱਲਿਆ ਗਿਆ। ਪਰ ਉਹ ਆਈ ਅਤੇ ਉਹਦੇ ਅੱਗੇ ਮੱਥਾ ਟੇਕ ਕੇ ਬੋਲੀ, ਪ੍ਰਭੂ ਜੀ, ਮੇਰੀ ਸਹਾਇਤਾ ਕਰੋ। ਤਾਂ ਉਹਨੇ ਉੱਤਰ ਦਿੱਤਾ ਕਿ ਬਾਲਕਾਂ ਦੀ ਰੋਟੀ ਲੈ ਕੇ ਕਤੂਰੀਆਂ ਅੱਗੇ ਸੁੱਟਣੀ ਚੰਗੀ ਨਹੀਂ ਹੈ। ਉਹ ਬੋਲੀ, ਠੀਕ ਪ੍ਰਭੂ ਜੀ, ਪਰ ਜਿਹੜੇ ਚੂਰੇ ਪੂਰੇ ਉਹਨਾਂ ਦੇ ਮਾਲਕਾਂ ਦੀ ਮੇਜ਼ ਦੇ ਉੱਤੋਂ ਡਿੱਗਦੇ ਹਨ ਉਹ ਕਤੂਰੇ ਵੀ ਖਾਂਦੇ ਹਨ। ਤਦ ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਹੈ ਬੀਬੀ, ਤੇਰੀ ਨੇਚਾ ਵੱਡੀ ਹੈ, ਜਿਵੇਂ ਤੂੰ ਚਾਹੁੰਦੀ ਹੈ ਤੇਰੇ ਲਈ ਤਿਵੇਂ ਹੀ ਹੋਵੇ। ਅਤੇ ਉਸਦੀ ਧੀ ਉਸੇ ਘੜੀ ਚੰਗੀ ਹੋ ਗਈ। ਯਿਸੂ ਉੱਤੋਂ ਤੁਰ ਕੇ ਗਲੀਲ ਦੇ ਝੀਲ ਦੇ ਨੇੜੇ ਆਇਆ ਅਤੇ ਪਹਾੜ ਉੱਤੇ ਚੜ੍ਹ ਕੇ ਉੱਤੇ ਬਹਿ ਗਿਆ। ਅਤੇ ਬਹੁਤ ਟੋਲੀਆਂ ਲੰਗੜੀਆਂ, ਅੰਨੀਆਂ, ਗੁੰਗੀਆਂ, ਟੁੰਡੀਆਂ ਔਰ ਹੋਰ ਬਥੇਰਿਆਂ ਨੂੰ ਆਪਣੇ ਸੰਗ ਲੈ ਕੇ ਉਹਦੇ ਕੋਲ ਆਈਆਂ ਅਤੇ ਉਹਨਾਂ ਨੂੰ ਉਹਦੇ ਚਰਨਾਂ ਉੱਤੇ ਪਾਇਆ, ਔਰ ਉਸਨੇ ਉਹਨਾਂ ਨੂੰ ਚੰਗਾ ਕੀਤਾ। ਇੱਥੋਂ ਤੋੜੀ ਕਿ ਜਾਂ ਲੋਕਾਂ ਨੇ ਵੇਖਿਆ ਜੋ ਗੁੰਗੇ ਬੋਲਦੇ, ਡੁੰਡੇ ਚੰਗੇ ਹੁੰਦੇ ਅਤੇ ਲੰਗੜੇ ਤੁਰਦੇ ਅਤੇ ਅੰਨੇ ਵੇਖਦੇ ਹਨ, ਤਾਂ ਹੈਰਾਨ ਹੋਏ ਅਤੇ ਇਸਰਾਏਲ ਦੇ ਪਰਮੇਸ਼ਰ ਦੀ ਵਡਿਆਈ ਕੀਤੀ। ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕੋਲ ਸੱਦ ਕੇ ਕਿਹਾ, ਮੈਨੂੰ ਲੋਕਾਂ ਉੱਤੇ ਤਰਸ ਆਉਂਦਾ ਹੈ, ਕਿਉਂ ਜੋ ਉਹ 3 ਦਿਨਾਂ ਤੋਂ ਮੇਰੇ ਨਾਲ ਰਹਿੰਦੇ ਹਨ ਅਤੇ ਉਹਨਾਂ ਦੇ ਕੋਲ ਖਾਣ ਨੂੰ ਕੁਝ ਨਹੀਂ, ਔਰ ਮੈਂ ਨਹੀਂ ਚਾਹੁੰਦਾ ਜੋ ਉਹਨਾਂ ਨੂੰ ਭੁੱਖਿਆ ਵਿਦਿਆ ਕਰਾਂ ਮਤੇ ਉਹ ਰਸਤੇ ਵਿੱਚ ਘੁਸ ਜਾਣ। ਤਾਂ ਚੇਲਿਆਂ ਨੇ ਉਹਨੂੰ ਕਿਹਾ ਕਿ ਉਜਾੜ ਵਿੱਚ ਅਸੀਂ ਇੰਨੀਆਂ ਰੋਟੀਆਂ ਕਿੱਥੋਂ ਲਿਆਈਏ ਜੋ ਐਡੀ ਭੀੜ ਨੂੰ ਰਜਾਈਏ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਤੁਹਾਡੇ ਕੋਲ ਕਿੰਨੀਆਂ ਰੋਟੀਆਂ ਹਨ? ਉਹ ਬੋਲੇ, 7 ਅਤੇ ਥੋੜੀਆਂ ਨਿੱਕੀਆਂ ਮੱਛੀਆਂ ਹਨ। ਤਦ ਯਿਸੂ ਨੇ ਭੀੜ ਨੂੰ ਆਖਿਆ ਜੋ ਬੂਹੇ ਬੈਠ ਜਾਣ। ਤਾਂ ਉਸਨੇ ਉਹ 7 ਰੋਟੀਆਂ ਔਰ ਮੱਛੀਆਂ ਲਈਆਂ ਅਤੇ ਸ਼ੁਕਰ ਕਰਕੇ ਤੋੜੀਆਂ ਅਤੇ ਚੇਲਿਆਂ ਨੂੰ ਦਿੱਤੀਆਂ ਅਤੇ ਚੇਲਿਆਂ ਨੇ ਲੋਕਾਂ ਨੂੰ, ਅਤੇ ਉਹ ਸਭੇ ਖਾ ਕੇ ਰੱਜ ਗਏ। ਔਰ ਬਚੀਆਂ ਹੋਈਆਂ ਟੁਕੜੀਆਂ
ਨਾਲ ਉਹਨਾਂ ਨੇ 7 ਟੋਕਰੇ ਭਰੇ ਹੋਏ ਚੁੱਕ ਲਏ ਅਤੇ ਖਾਣ ਵਾਲੇ ਜਨਾਨੀਆਂ ਅਤੇ ਬਾਲਕਾਂ ਬਿਨਾਂ 4000 ਮਰਦ ਸਨ। ਫਿਰ ਲੋਕਾਂ ਨੂੰ ਵਿਦਿਆ ਕਰਕੇ ਉਹ ਬੇੜੀ ਉੱਤੇ ਚੜ੍ਹ ਗਿਆ ਅਤੇ ਮਗਦਾਨ ਦੀਆਂ ਹੱਦਾਂ ਵਿੱਚ ਆਇਆ। ਆਮੀਨ ਆਮੀਨ। ਸਭਨਾਂ ਨੂੰ ਪਿਆਰ ਭਰੀ ਜੈ ਮਸੀਹ ਦੀ। ਪ੍ਰਭੂ ਤੁਹਾਨੂੰ ਆਸੀਸ ਦੇਵੇ। ਜੋ ਅੱਜ ਆਪਾਂ ਵਚਨ ਪੜ੍ਹਿਆ ਉਸ ਵਿੱਚੋਂ ਕੁਝ ਗੱਲਾਂ ਨੂੰ ਧਿਆਨ ਕਰਾਂਗੇ। ਉਤਪਤੀ ਦੀ ਕਿਤਾਬ ਅਧਿਆਇ 14। ਏਲਮ ਦੇ, ਸਿਨਾਰ ਦੇ, ਅਲ ਅਜ਼ਾਰ ਦੇ ਰਾਜੇ ਸਦੋਮ ਦੇ ਰਾਜਿਆਂ ਕੋਲ ਲੜ ਕੇ ਉਹਨਾਂ ਦੇ ਮਾਲ ਡੰਗਰ ਨੂੰ ਲੁੱਟ ਕੇ ਲੈ ਗਏ। ਉਦੋਂ ਸਦੋਮ ਦੇ ਵਿੱਚ ਜੋ ਅਬਰਾਮ ਦਾ ਭਰਾ ਲੂਤ ਰਹਿੰਦਾ ਸੀ ਉਹਨੂੰ ਵੀ ਲੁੱਟ ਕੇ ਲੈ ਗਏ। ਜਦ ਇਹ ਗੱਲ ਅਬਰਾਮ ਨੂੰ ਪਤਾ ਲੱਗਿਆ ਸੋ ਅਬਰਾਮ ਨੇ ਆਪਣੇ ਘਰ ਜਮਿਆਂ ਨੂੰ ਲੈ ਕੇ ਉਹਨਾਂ ਦੇ ਪਿੱਛਾ ਕਰਕੇ ਉਹਨਾਂ ਨਾਲ ਲੜ ਕੇ ਉਹਨਾਂ ਨੇ ਜੋ ਲੁੱਟ ਕੇ ਲੈ ਗਏ ਸੀ ਉਹਨਾਂ ਸਾਰੇ ਮਾਲ ਡੰਗਰਾਂ ਨੂੰ ਲੂਤ ਨਾਲ ਵਾਪਸ ਮੋੜ ਲੈ ਆਇਆ। ਜਦ ਇਹ ਗੱਲ ਸਦੋਮ ਦੇ ਰਾਜਾ ਨੇ ਪਤਾ ਲੱਗਿਆ ਸੋ ਉਹਨੇ ਅਬਰਾਮ ਨੂੰ ਮਿਲਣ ਵਾਸਤੇ ਆਇਆ। ਸਦੋਮ ਦੇ ਰਾਜਾ ਅਬਰਾਮ ਨੂੰ ਆਖਿਆ ਤੂੰ ਇਨ੍ਹਾਂ ਜੀਆਂ ਨੂੰ ਮੈਨੂੰ ਦੇ ਔਰ ਸਾਰੇ ਮਾਲ ਤਨ ਨੂੰ ਤੂੰ ਰੱਖ ਲੈ। ਪਰ ਅਬਰਾਮ ਨੇ ਉਹਦੇ ਕੋਲ ਮਨਾ ਕੀਤਾ, ਨਾ ਭਾਈ ਤੂੰ ਕੱਲ ਮੈਨੂੰ ਇਹ ਨਾ ਆਖੇ ਮੈਂ ਅਬਰਾਮ ਨੂੰ ਧਨੀ ਬਣਾਇਆ, ਸਿਰਫ ਮੈਨੂੰ ਮੇਰਾ ਪਰਮੇਸ਼ਰ ਹੀ ਧਨੀ ਬਣਾਵੇ। ਸੋ ਮੇਰਾ ਹੱਕ ਦਾ ਜੋ ਹੈ ਉਹ ਮੈਨੂੰ ਦੇ ਔਰ ਸਭ ਕੁਝ ਤੂੰ ਲੈ ਲੈ ਅਤੇ ਮੇਰੇ ਘਰ ਜੰਮੇ ਮੇਰੇ ਨਾਲ ਹੀ ਰਹਿਣਗੇ। ਪ੍ਰਭੂ ਦੇ ਪਿਆਰਿਓ, ਇਹਨਾਂ ਗੱਲਾਂ ਦੇ ਦੁਆਰਾ ਆਪਾਂ ਅਬਰਾਮ ਦੇ ਪ੍ਰਤੀ ਇਹ ਜਾਣ ਸਕਦੇ ਹਾਂ ਉਹ ਕਦੇ ਵੀ ਕਿਸੇ ਚੀਜ਼ ਦੇ ਲਾਲਚ ਨਹੀਂ ਕੀਤਾ। ਉਹਨੇ ਇਹ ਸੋਚਿਆ ਮਾਲ ਤਨ ਪਿੱਛੇ ਨਾ ਕਰਾਂ, ਪਰ ਜੋ ਪ੍ਰਭੂ ਮੇਰੇ ਹੱਥ ਵਿੱਚ ਦੇ ਰੱਖਿਆ ਇਹਨਾਂ ਜੀਆਂ ਨੂੰ ਮੈਂ ਸਾਂਭਾਂ। ਇਹ ਚੰਗੀ ਸੋਚ ਅਬਰਾਮ ਦੇ ਵਿੱਚ ਆਪਾਂ ਵੇਖ ਸਕਦੇ ਹਾਂ। ਇਸੇ ਪ੍ਰਕਾਰ ਪ੍ਰਭੂ ਵੀ ਕੁਝ ਚਾਹੁੰਦਾ ਹੈ। ਮੇਰੇ ਪਰਜਾ ਮੇਰੇ ਲਈ ਮੇਰੇ ਵਚਨ ਦੀ ਪਾਲਣਾ ਕਰਨ, ਮੇਰੇ ਵਚਨ ਦੀ ਪਾਲਣਾ ਕਰਨ ਵਾਲਿਆਂ ਲਈ ਮੈਂ ਤਨ ਜ਼ਰੂਰ ਦੇਵਾਂਗਾ। ਇਸ ਗੱਲ ਨੂੰ ਲੇਵੀਆਂ ਦੀ ਪੋਥੀ ਅਧਿਆਇ 26 ਦੇ ਵਿੱਚ ਯਹੋਵਾ ਪਰਮੇਸ਼ਰ ਆਖਦਾ ਹੈ। ਉਹ ਇਸ ਪ੍ਰਕਾਰ ਆਖਦਾ ਹੈ, ਜੇ ਮੇਰਾ ਭਾਈ ਮੰਨਦੇ ਹੋਏ ਮੇਰੇ ਪਵਿੱਤਰ ਸਥਾਨ ਦੀ ਖਾਸੀਅਤ ਨੂੰ ਸਮਝਦੇ ਹੋਏ ਮੇਰੇ ਵਚਨ ਦੀ ਆਗਿਆ ਕਰਨ ਵਾਲਿਆਂ ਨੂੰ ਮੈਂ ਇਸ ਪ੍ਰਕਾਰ ਆਸੀਸ ਦੇਵਾਂਗਾ। ਉਹਨਾਂ ਲਈ ਧਰਤੀ ਉੱਤੇ ਸਹੀ ਸਮਾਂ ਦੇ ਵਿੱਚ ਮੀਂਹ ਵਰਾਵਾਂਗਾ। ਉਹ ਖਾਣਗੇ, ਉਹ ਰੱਜਣਗੇ, ਉਹ ਵਿਰੋਧੀ ਦੇ ਸਨਮੁਖ ਨਹੀਂ ਹਾਰਨਗੇ। ਉਹਨਾਂ ਦੇ ਮਾਲ ਡੰਗਰ ਦਿਨ ਪਰ ਦਿਨ ਵਧੇਗਾ। ਇਹਨਾਂ ਗੱਲਾਂ ਨੂੰ ਇਸ ਅਧਿਆਇ ਦੇ ਵਿੱਚ ਯਹੋਵਾ ਪਰਮੇਸ਼ਰ ਆਪਾਂ ਨੂੰ ਸਿਖਾਉਂਦਾ ਹੋਇਆ ਵੇਖ ਸਕਦੇ ਹਾਂ। ਉਸੇ ਪ੍ਰਕਾਰ ਲੇਵੀਆਂ ਦੀ ਪੋਥੀ ਅਧਿਆਇ 27 ਦੇ ਵਿੱਚ ਯਹੋਵਾ ਪਰਮੇਸ਼ਰ ਇਹ ਆਖਦਾ ਹੈ, ਜੇ ਕੋਈ ਜਣਾ ਮੇਰੇ ਸਨਮੁਖ ਸੁੱਕਣਾ ਸੁੱਕੇ ਤਾਂ ਜੋ ਉਹ ਮੇਰੇ ਸਨਮੁਖ ਸੁੱਕਣਾ ਦੇ ਰੂਪ ਦੇ ਵਿੱਚ ਤਾਪਿਆ ਹੈ ਉਹ ਮੇਰੇ ਲਈ ਅਤ ਪਵਿੱਤਰ ਹੈ। ਜੇ ਉਹ ਉਸ ਨੂੰ ਮੋੜਨਾ ਚਾਹੇ ਤਾਂ ਉਸ ਵਰੇ ਦਾ ਜਾਜਕ ਜੋ ਮੁੱਲ ਠਹਿਰਾਵੇ ਉਸ ਤੋਂ 5ਵਾਂ ਹਿੱਸਾ ਜੋੜ ਕੇ ਉਸ ਨੂੰ ਵਾਪਸ ਮੋੜ ਲਵੇ ਔਰ ਹਰ ਪ੍ਰਕਾਰ ਦੀ ਚੀਜ਼ਾਂ ਵਿੱਚ ਪ੍ਰਭੂ ਦੇ ਲਈ 10ਵਾਂ ਮੇਰੇ ਪਰਜਾ ਦੇਵੇ। ਇਹ ਆਗਿਆ ਯਹੋਵਾ ਪਰਮੇਸ਼ਰ ਮੂਸਾ ਦੇ ਰਾਹੀਂ ਆਪਣੇ ਪਰਜਾ ਨੂੰ ਦਿੱਤਾ। ਇਸੇ ਪ੍ਰਕਾਰ ਮਤੀ ਦੀ ਇੰਜੀਲ ਦੇ ਵਿੱਚ ਅਧਿਆਇ 14 ਦੇ ਵਿੱਚ ਕੁਝ ਗੱਲਾਂ ਨੂੰ ਵੇਖਦੇ ਹਾਂ। ਫਰੀਸੀ ਆ ਕੇ ਯਿਸੂ ਮਸੀਹ ਕੋਲ ਉਹਦੇ ਚੇਲਿਆਂ ਦੀ ਪ੍ਰਤੀ ਸਿਖਾਇਤ ਲੈ ਆਂਦੇ। ਉਹ ਇਹ ਆਖਦੇ, ਤੇਰੇ ਚੇਲੇ ਹੱਥ ਧੋਣੇ ਬਿਨਾ
ਰੋਟੀ ਖਾਂਦੇ ਹਨ। ਮੁੜ ਕੇ ਯਿਸੂ ਮਸੀਹ ਇਹ ਆਖਿਆ, ਤੁਸੀਂ ਰੀਤੀ ਰਿਵਾਜ ਨੂੰ ਮੰਨਦੇ ਹੋ, ਠੀਕ ਹੈ, ਪਰ ਰੀਤੀ ਰਿਵਾਜ ਦੇ ਹੀ ਕਾਰਨ ਤੁਸੀਂ ਮੇਰੇ ਵਚਨ ਦੀ ਅਕਾਰਤ ਨਹੀਂ ਕਰਨਾ। ਪ੍ਰਭੂ ਕਹਿੰਦਾ ਹੈ, ਰੀਤੀ ਰਿਵਾਜ ਜੇ ਤੁਹਾਡੀ ਜ਼ਿੰਦਗੀ ਲਈ ਜ਼ਰੂਰੀ ਤਾਂ ਉਸ ਨੂੰ ਕਰਿਆ ਕਰੋ, ਪਰ ਰੀਤੀ ਰਿਵਾਜ ਦੇ ਕਾਰਨ ਮੇਰੇ ਵਚਨ ਦੀ ਅਕਾਰਤ ਨਹੀਂ ਕਰਿਆ ਕਰੋ। ਤੁਸੀਂ ਦਿਲੋਂ ਆਪਣੇ ਆਪ ਨੂੰ ਸੁੱਧ ਰੱਖੋ। ਇਨ੍ਹਾਂ ਗੱਲਾਂ ਨੂੰ ਕਰਦੇ ਹੋਏ ਪ੍ਰਭੂ ਯਿਸੂ ਮਸੀਹ 7 ਰੋਟੀ ਨੂੰ 4000 ਲੋਕਾਂ ਨੂੰ ਖਵਾਉਂਦਾ ਹੋਇਆ ਆਪਾਂ ਇਸ ਅਧਿਆਇ ਦੇ ਵਿੱਚ ਵੇਖਦੇ ਹਾਂ। ਇਸ ਤੋਂ ਪਹਿਲੇ ਅਧਿਆਇ ਦੇ ਵਿੱਚ ਆਪਾਂ ਇਸ ਪ੍ਰਕਾਰ ਵੇਖਿਆ ਸੀ, ਉਹ 5 ਰੋਟੀਆਂ ਨੂੰ 5000 ਲੋਕਾਂ ਨੂੰ ਖਵਾਉਂਦੇ ਹੋਏ। ਜੇ ਆਪਾਂ ਵੇਖੇ ਤਾਂ ਉਰੇ 7 ਰੋਟੀ ਨੂੰ 7000 ਲੋਕਾਂ ਨੂੰ ਖਵਾਉਣਾ ਚਾਹੀਦਾ ਸੀ, ਪਰ ਪ੍ਰਭੂ ਯਿਸੂ ਮਸੀਹ 7 ਰੋਟੀ ਨੂੰ 4000 ਲੋਕਾਂ ਲਈ ਖਵਾਉਂਦਾ। ਯਾਨੀ ਕਿ ਇਸ ਦੇ ਰਾਹੀਂ ਆਪਾਂ ਦੇਖ ਸਕਦੇ ਹਾਂ, ਪ੍ਰਭੂ ਲੋੜ ਅਨੁਸਾਰ ਹੀ ਹਰ ਇੱਕ ਇਨਸਾਨ ਨੂੰ ਦਿੰਦਾ ਹੈ। ਜਿਹੜਾ ਵੱਧ ਕਮਾਉਂਦਾ ਉਹ ਵੱਧ ਆਨੰਦ ਨਹੀਂ ਭੋਗਦਾ, ਜਿਹੜਾ ਥੋੜਾ ਕਮਾਉਂਦਾ ਉਹ ਥੋੜਾ ਆਨੰਦ ਨਹੀਂ ਭੋਗਦਾ, ਸਾਰੇ ਬਰਾਬਰ ਆਨੰਦ ਹੀ ਭੋਗਦੇ। ਹਾਂ ਪ੍ਰਭੂ ਦੇ ਪਿਆਰਿਓ, ਪਰ ਆਪਾਂ ਲੋੜ ਤੋਂ ਵੱਧ ਕਮਾਉਣ ਦੇ ਪਿੱਛੇ ਹਰ ਰੋਜ਼ ਮਿਹਨਤ ਕਰਦੇ ਹਾਂ। ਅਬਰਾਮ ਸੋਚਿਆ, ਮੈਨੂੰ ਜਿੰਨਾ ਲੋੜ ਹੈ ਉਹ ਦੇ ਦਿਓ, ਉਸ ਤੋਂ ਵੱਧ ਮੈਨੂੰ ਕੁਝ ਵੀ ਨਹੀਂ ਚਾਹੀਦਾ। ਮੈਨੂੰ ਜੋ ਪਰਮੇਸ਼ਰ ਨੇ ਦਿੱਤਾ ਹੈ ਉਹਨਾਂ ਨੂੰ ਮੈਂ ਮੇਰੇ ਹੱਥਾਂ ਵਿੱਚ ਹੀ ਰੱਖ ਕੇ ਸਾਂਭਾਂ। ਪਰ ਪ੍ਰਭੂ ਕਹਿੰਦਾ ਹੈ, ਮੇਰੇ ਪੈ ਮੰਨਣ ਵਾਲਿਆਂ ਨੂੰ ਮੈਂ ਬਹੁਤ ਆਇਤ ਦੇਵਾਂਗਾ, ਉਹ ਰਜ ਜਾਣਗੇ। ਪ੍ਰਭੂ ਤੁਹਾਨੂੰ ਇਸ ਵਚਨ ਅਨੁਸਾਰ ਆਸੀਸ ਦੇਵੇ। ਗॉड ब्लेस यू। जय मसीह।